ਵਾਹਿਗੁਰੂ ਜੀ। ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕਈ ਹਫ਼ਤਿਆਂ ਤੋਂ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮ ਦੇ ਅਧੀਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜੀਵਨ ਦੀਆਂ ਘਟਨਾਵਾਂ ਨਾਲ ਸਾਂਝ ਪਾ ਰਹੇ ਹਾਂ। ਸੋ ਉਸ ਇਤਿਹਾਸ ਦੀ ਲੜੀ ਨੂੰ ਜੋੜਨ ਵਾਸਤੇ, ਅੱਗੇ ਚੱਲਣ ਵਾਸਤੇ ਪਹਿਲੇ 2 ਮਿੰਟ ਵਾਸਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈਏ। ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਉਹਨਾਂ ਦੇ ਬਾਰੇ ਇੱਕ ਤੁਕ ਜਿਹੜੇ ਉਸ ਦਾ ਕੀਰਤਨ ਕਰਕੇ ਫਿਰ ਉਸ ਤੋਂ ਬਾਅਦ ਇਤਿਹਾਸ ਦੀ ਲੜੀ ਨੂੰ ਅੱਗੇ ਜੋੜਾਂਗੇ ਜੀ। ਤੇਗ ਬਹਾਦਰ ਸਿਮਰਿਐ ਕਰ ਨੋ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ ਕਰ ਨੋ ਨਿਤ ਆਵੇ ਤਾਏ। ਸਭ ਥਾਈ ਹੋਇ ਸਹਾਏ, 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 ਸਭ ਥਾਈ ਹੋਇ ਸਹਾਏ। ਤੇਗ ਬਹਾਦਰ ਸਿਮਰਿਐ ਕਰ ਨੋ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ ਕਰ ਨੋ ਨਿਤ ਆਵੇ ਤਾਏ। ਹਾਂਜੀ, ਪਿਛਲੀ ਇਤਿਹਾਸ ਦੀ ਲੜੀ ਨੂੰ ਜੋੜਨ ਵਾਸਤੇ ਬੇਨਤੀ ਕਰਾਂ। ਅਸੀਂ ਗੱਲ ਇੱਥੇ ਛੱਡੀ ਸੀ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਚੜ੍ਹਦੀ ਕਲਾ ਨੂੰ ਦੇਖ ਕੇ ਤੀਰਮਲ ਬਹੁਤ ਈਰਖਾ ਕਰਦਾ ਸੀ। ਸੋ ਉਸਨੇ ਤਾਂ ਹੱਦ ਹੀ ਮੁਕਾ ਦਿੱਤੀ ਕਿ ਉਸਨੇ ਆਪਣੇ ਮਸੰਦਾਂ ਨੂੰ ਨਾਲ ਲੈ ਕੇ ਅਤੇ ਆ ਕੇ ਹਮਲਾ ਕਰ ਦਿੱਤਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਉੱਤੇ ਗੋਲੀ ਚਲਾ ਦਿੱਤੀ। ਇੱਥੇ ਅਸੀਂ ਗੱਲ ਛੱਡੀ ਸੀ ਕਿ ਠੀਕ ਹੈ, ਗੋਲੀ ਉਹਨਾਂ ਨੂੰ ਨਹੀਂ ਲੱਗੀ, ਲੇਕਿਨ ਉਸਨੇ ਕੀ ਕੀਤਾ, ਆਪਣੇ ਮਸੰਦ ਕੋਲੋਂ, ਸ਼ੀਆ ਮਸੰਦ ਕੋਲੋਂ ਗੋਲੀ ਚਲਵਾਈ ਸੀ। ਔਰ ਉਸ ਤੋਂ ਬਾਅਦ ਸਾਰਾ ਸਮਾਨ ਪੂਜਾ ਦਾ ਜਿਤਨਾ ਵੀ ਉੱਥੇ ਪੇਟਾ ਦਾ ਸਮਾਨ ਸੀ ਉਸ ਤੋਂ ਬਣ ਕੇ ਅਤੇ ਉੱਥੋਂ ਉਹ ਚੱਲਣ ਲੱਗਾ। ਇੰਨੀ ਦੇਰ 'ਚ ਗੋਲੀ ਦੀ ਆਵਾਜ਼ ਸੁਣ ਕੇ ਮੱਖਣ ਸ਼ਾਹ ਉੱਥੇ ਪਹੁੰਚਿਆ। ਜਦ ਮੱਖਣ ਸ਼ਾਹ ਪਹੁੰਚਿਆ, ਉਸਨੇ ਦੇਖਿਆ, ਬਹੁਤ ਗੁੱਸਾ ਆਇਆ। ਗੁੱਸੇ 'ਚ ਆ ਕੇ ਉਸਨੇ ਆਪਣੇ ਆਦਮੀਆਂ ਨੂੰ ਬੁਲਾਇਆ ਅਤੇ ਉਹਨਾਂ ਦੇ ਆਦਮੀਆਂ ਨੂੰ ਦੇਖ ਕੇ ਉਹ ਸਾਰੇ ਮਸੰਦ ਜਿਹੜੇ ਸੀ ਉਹ ਸਾਰੇ ਭੱਜ ਗਏ। ਅਤੇ ਮੱਖਣ ਸ਼ਾਹ ਨੇ ਜੋ ਧਨ ਪਦਾਰਥ ਉਹਨਾਂ ਨੇ ਬੰਨ੍ਹ ਰੱਖਿਆ ਸੀ ਉਹ ਸਾਰਾ ਵਾਪਸ ਇਕੱਠਾ ਕਰਕੇ ਲਿਆਂਦਾ। 6 ਮਸੰਦ ਨੂੰ ਬੰਨ੍ਹ ਕੇ ਅਤੇ ਮਹਾਰਾਜ ਦੇ ਸਾਹਮਣੇ ਪੇਸ਼ ਕੀਤਾ, ਪਰ ਮਹਾਰਾਜ ਨੇ ਉਸ ਨੂੰ ਕੋਈ ਸਜ਼ਾ ਨਹੀਂ ਦਿੱਤੀ। ਮਹਾਰਾਜ ਨੇ ਹੁਕਮ ਕੀਤਾ ਕਿ ਜੋ ਸਮਾਨ ਇਹਨਾਂ ਕੋਲੋਂ ਤੁਸੀਂ ਲਿਆ ਵਾਪਸ ਦੇ ਦਿਓ। ਇਹ ਲਾਲਚ ਵਿੱਚ ਫਸੇ ਹੋਏ ਨੇ, ਇਹਨਾਂ ਨੂੰ ਧਨ ਦੌਲਤ ਦਾ ਲਾਲਚ ਹੈ, ਇਹਨਾਂ ਦਾ ਲਾਲਚ ਹੀ ਇਹਨਾਂ ਨੂੰ ਮਾਰੇਗਾ। ਅਤੇ ਉਹਨਾਂ ਨੇ ਤੀਰਮਲ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ। ਇਸ ਤਰੀਕੇ ਨਾਲ ਬੜੇ ਵੱਡੇ ਜਿਗਰੇ ਨਾਲ ਇਤਨੇ ਵੱਡੇ ਹਮਲੇ ਨੂੰ ਵੀ ਗੁਰੂ ਤੇਗ ਬਹਾਦਰ ਜੀ ਬੜੇ ਠੰਡੇ ਸੁਭਾਅ ਨਾਲ ਸਭ ਮਾफ़ ਕਰ ਦਿੱਤਾ। ਖੈਰ, ਹੁਣ ਉੱਥੇ ਇਹ ਸੀ ਕਿ ਕੁਝ ਚਿਰ ਦੇ ਬਾਅਦ ਸ਼ਿਕਾਇਤਾਂ ਪਹੁੰਚਣ ਲੱਗ ਪਈਆਂ ਕਿ ਪ੍ਰਿਥੀ ਚੰਦ ਦੇ ਪੋਤਰੇ, ਜਿਸ ਦਾ ਨਾਂ ਸੀ ਹਰਜੀ ਨੇ ਹਰਿਮੰਦਰ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ ਔਰ ਉੱਥੇ ਉਹ ਆਪਣੀ ਮਰਜ਼ੀ ਦੇ ਨਾਲ ਜੋ ਵੀ ਕੰਮ, ਗਲਤ ਕੰਮ ਵੀ ਉੱਥੇ ਉਹ ਕਰਵਾ ਰਿਹਾ ਹੈ। ਦੂਸਰੀ ਗੱਲ ਕਿ ਉਹ ਆਪੇ ਕਵਿਤਾ ਲਿਖ ਲੈਂਦਾ, ਕਵਿਤਾ ਲਿਖ ਕੇ ਅਤੇ ਰਾਗੀਆਂ ਕੋਲੋਂ ਉਹਦਾ ਕੀਰਤਨ ਕਰਾਉਂਦਾ ਔਰ ਉਸਨੂੰ ਬਾਣੀ ਦੇ ਤੌਰ 'ਤੇ ਸੰਗਤਾਂ ਦੇ ਪ੍ਰਚਾਰ ਕਰ ਰਿਹਾ। ਸੋ ਇਹ ਗੱਲ ਸੁਣ ਕੇ ਮਹਾਰਾਜ ਦੇ ਕੋਲੋਂ ਬਰਦਾਸ਼ਤ ਨਹੀਂ ਹੋਇਆ ਕਿ ਗੁਰਬਾਣੀ ਦਾ ਉਹ ਜਿਹੜਾ ਹੈ ਨਿਰਾਦਰ ਕਰ ਰਿਹਾ, ਉਹ ਝੂਠੀ ਬਾਣੀ ਦਾ ਪ੍ਰਚਾਰ ਕਰ ਰਿਹਾ। ਸੋ ਮਨ ਬਣਾਇਆ ਕਿ ਅਸੀਂ ਇਸ ਝੂਠੇ ਪ੍ਰਚਾਰ ਨੂੰ ਰੋਕਣ ਵਾਸਤੇ ਅੰਮ੍ਰਿਤਸਰ ਸਾਨੂੰ ਜਾਣਾ ਚਾਹੀਦਾ। ਸੋ ਮੱਖਣ ਸ਼ਾਹ ਨਾਲ ਸਲਾਹ ਕੀਤੀ ਅਤੇ ਮੱਖਣ ਸ਼ਾਹ ਨੇ ਕਿਹਾ ਠੀਕ ਹੈ ਅਤੇ ਉਹ ਅਸੀਂ ਨਾਲ ਚੱਲਾਂਗੇ। ਸੋ ਮੱਖਣ ਸ਼ਾਹ ਨਾਲ ਚੱਲਿਆ, ਕੋਈ ਸੰਗਤ ਵੀ ਨਾਲ ਚੱਲੀ। ਰਸਤੇ 'ਚੋਂ ਵੀ ਸੰਗਤ ਜਿਹੜੀ ਸੀ ਉਹ ਕੁਛ ਨਾਲ ਜੁੜਦੀ ਗਈ ਅਤੇ ਉਸ ਵਕਤ ਗੁਰੂ ਤੇਗ ਬਹਾਦਰ ਜੀ ਉੱਥੋਂ ਚੱਲ ਕੇ ਪਹੁੰਚੇ ਕਿੱਥੇ? ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚੇ ਤਾਂ ਉਹਨਾਂ ਦੇ ਆਉਣ ਦੀ ਖਬਰ ਹਰਜੀ, ਜੋ ਕਿ ਪ੍ਰਿਥੀ ਚੰਦ ਦਾ ਪੋਤਰਾ ਸੀ, ਉਸ ਨੂੰ ਪਤਾ ਲੱਗ ਗਈ ਅਤੇ ਉਸਨੇ ਕੀ ਕੀਤਾ
ਕਿ ਉਸਨੇ ਉਹਨਾਂ ਦੇ ਪਹੁੰਚਣ ਤੋਂ ਪਹਿਲੇ, ਗੁਰੂ ਸਾਹਿਬ ਦੇ ਪਹੁੰਚਣ ਤੋਂ ਪਹਿਲੇ ਹੀ ਦਰਸ਼ਨੀ ਡਿਓੜੀ ਨੂੰ ਤਾਲਾ ਲਗਵਾ ਦਿੱਤਾ। ਦਰਸ਼ਨੀ ਡਿਓੜੀ ਸਭ ਨੂੰ ਪਤਾ ਹੈ, ਜਦੋਂ ਅਸੀਂ ਦਰਸ਼ਨ ਜਾਂਦੇ ਹਾਂ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ, ਸਭ ਤੋਂ ਪਹਿਲੇ ਦਰਸ਼ਨੀ ਡਿਓੜੀ ਦੇ ਵਿੱਚੋਂ ਲੰਘ ਕੇ ਜਾਈਦਾ ਅਤੇ ਉਹਦਾ ਬਹੁਤ ਵੱਡਾ ਉਸਦਾ ਦਰਵਾਜ਼ਾ ਹੈ। ਉਸ ਦਰਵਾਜ਼ਾ ਜਿਹੜਾ ਕਿ ਹੁਣ ਕੁਛ ਦਿਨ ਪਹਿਲੇ ਸਾਰਾ ਉਹ ਦਰਵਾਜ਼ਾ ਜਿਹੜਾ ਉਹ ਚਾਂਦੀ ਦੇ ਦਰਵਾਜ਼ੇ ਉਸ ਨੂੰ ਲਗਾਏ ਗਏ ਨੇ। ਸੋ ਉਸ ਡਿਓੜੀ ਨੂੰ ਉਸਨੇ ਤਾਲੇ ਲਗਵਾ ਦਿੱਤੇ, ਆਪ ਛੁਪ ਗਿਆ। ਅਤੇ ਉਸ ਦਾ ਮਤਲਬ ਇਹ ਸੀ ਕਿ ਮੈਂ ਕਿਸੇ ਵੀ ਤਰੀਕੇ ਗੁਰੂ ਤੇਗ ਬਹਾਦਰ ਜੀ ਨੂੰ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਅੰਦਰ ਵੜਨ ਨਹੀਂ ਦਿਆਂਗਾ। ਜੇ ਇੱਕ ਵਾਰੀ ਉਹ ਚਲੇ ਗਏ ਤਾਂ ਫਿਰ ਮੈਨੂੰ ਕਿਹਨੇ ਪੁੱਛਣਾ। ਸੱਚੇ ਗੁਰੂ ਦੇ ਪਿੱਛੇ ਸਾਰੀ ਸੰਗਤ ਦੇ ਅੰਦਰ ਚਲੀ ਜਾਏਗੀ ਅਤੇ ਫਿਰ ਮੇਰਾ ਤਾਂ ਰੋਜ਼ੀ ਰੋਟੀ ਜਿਹੜੀ ਹੈ ਉਹ ਖਤਮ ਹੋ ਜਾਏਗੀ। ਸੋ ਉਸਨੇ ਤਾਲਾ ਲਗਵਾ ਕੇ ਆਪ ਉਹ ਛੁਪ ਗਿਆ। ਗੁਰੂ ਮਹਾਰਾਜ ਪਹੁੰਚੇ, ਉਹ ਤਾਂ ਕੱਟਗੜ ਦੇ ਅੰਦਰ ਕੀ ਜਾਣਦੇ ਸੀ ਕਿ ਉਸਦੀ ਕੀ ਨੀਅਤ ਹੈ। ਸੋ ਉਸਦੀ ਨੀਅਤ ਨੂੰ ਸਮਝਦੇ ਹੋਏ ਉਹਨਾਂ ਨੇ ਕੋਈ ਰਿਬਟ ਨਹੀਂ ਕੀਤਾ, ਕੋਈ ਉਸਦਾ ਅੱਗੋਂ ਇਹ ਨਹੀਂ ਕਿਹਾ ਕਿ ਉਸਨੇ ਇਹ ਕੰਮ ਕਿਉਂ ਕੀਤਾ ਜਾਂ ਉਸਨੇ ਗਲਤ ਕੀਤਾ। ਬੜੇ ਸਹਿਜ ਸੁਭਾਅ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਅਸੀਂ ਪੜ੍ਹਦੇ ਹਾਂ ਅਤੇ ਉਹਨਾਂ ਦਾ ਸਹਿਜ ਸੁਭਾਅ ਜਿਹੜਾ ਉਹ ਸਾਡੇ ਸਾਹਮਣੇ ਆਉਂਦਾ ਹੈ ਕਿ ਕਦੀ ਉਹ ਕਿਸੇ ਗੱਲ ਦੇ ਉੱਤੇ ਵੀ ਉਬਲੇ ਨਹੀਂ, ਇੱਕਦਮ ਗੁੱਸਾ ਨਹੀਂ ਕੀਤਾ, ਇੱਕਦਮ ਕਿਸੇ ਗੱਲ ਦਾ ਰਿਬਟ ਨਹੀਂ ਕੀਤਾ। ਉਹਨਾਂ ਨੇ ਕੀ ਕੀਤਾ, ਸੰਗਤ ਨੂੰ ਕਿਹਾ, ਦਰਸ਼ਨ ਡਿਓੜੀ ਨੂੰ ਤਾਲਾ ਲੱਗਿਆ, ਕੋਈ ਗੱਲ ਨਹੀਂ, ਸਰੋਵਰ ਤਾਂ ਹੈ, ਚਲੋ ਸਰੋਵਰ 'ਚ ਇਸ਼ਨਾਨ ਕਰੀਏ। ਗੁਰੂ ਜੀ ਨੇ ਇਸ਼ਨਾਨ ਕੀਤਾ, ਸੰਗਤ ਨੇ ਇਸ਼ਨਾਨ ਕੀਤਾ ਅਤੇ ਬਾਹਰ ਹੀ ਉਹਨਾਂ ਨੇ ਦੀਵਾਨ ਸਜਾਇਆ। ਉਹ ਦੀਵਾਨ ਕਿਹੜੀ ਜਗ੍ਹਾ 'ਤੇ ਸਜਾਇਆ ਸੀ, ਜਿੱਥੇ ਹੁਣ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਅਤੇ ਗੁਰਦੁਆਰਾ ਥੜਾ ਸਾਹਿਬ ਹੈ। ਗੁਰਦੁਆਰਾ ਥੜਾ ਸਾਹਿਬ ਬੈਠ ਕੇ ਉਹਨਾਂ ਨੇ ਦੀਵਾਨ ਸਜਾਇਆ, ਗੁਰਬਾਣੀ ਦਾ ਕੀਰਤਨ ਕੀਤਾ, ਗੁਰਬਾਣੀ ਦੀ ਕਥਾ ਕੀਤੀ, ਸੰਗਤ ਨੂੰ ਉੱਥੇ ਗੁਰਬਾਣੀ ਦੇ ਨਾਲ ਜੋੜਿਆ। ਪਰ ਇਸ ਗੱਲ ਦਾ ਗੁੱਸਾ ਨਹੀਂ ਕੀਤਾ ਕਿ ਉਹਨਾਂ ਨੇ ਤਾਲਾ ਦਰਸ਼ਨ ਡਿਓੜੀ ਨੂੰ ਕਿਉਂ ਲਗਾਇਆ। ਸਾਰਾ ਦਿਨ ਉੱਥੇ ਸਤਸੰਗ ਚੱਲਦਾ ਰਿਹਾ, ਸੰਗਤ ਆਉਂਦੀ ਰਹੀ। ਸ਼ਾਮ ਦੇ ਟਾਈਮ ਗੁਰੂ ਮਹਾਰਾਜ ਨੇ ਕਿਹਾ ਕਿ ਹੁਣ ਇੱਥੋਂ ਚੱਲਣਾ ਚਾਹੀਦਾ। ਸੋ ਉੱਥੋਂ ਚੱਲਣ ਵਾਸਤੇ ਚੱਲਣ ਤੋਂ ਪਹਿਲੇ ਮੱਖਣ ਸ਼ਾਹ ਨੇ ਕਿਹਾ ਕਿ ਮਹਾਰਾਜ ਮੈਨੂੰ ਹੁਕਮ ਦਿਓ ਅਤੇ ਮੈਂ ਇਸ ਨੂੰ ਸਜ਼ਾ ਦੇਵਾਂ, ਹਰੀ ਜੀ ਨੂੰ ਮੈਂ ਚੰਗੀ ਤਰ੍ਹਾਂ ਸਜ਼ਾ ਦੇਵਾਂ ਅਤੇ ਮੈਂ ਸਾਰਾ ਇਹ ਦਰਵਾਜ਼ਾ ਜਿਹੜਾ ਹੁਣੇ ਖੁਲਵਾ ਸਕਦਾ। ਉਸਦੇ ਕੋਲ ਤਾਂ ਬੜੀ ਸ਼ਕਤੀ ਸੀ, ਬੜੇ ਬੰਦੇ ਉਸਦੇ ਨਾਲ ਸੀ, ਲੇਕਿਨ ਮਹਾਰਾਜ ਨੇ ਮਨਾ ਕਰ ਦਿੱਤਾ। ਮਹਾਰਾਜ ਨੇ ਕਿਹਾ ਨਹੀਂ, ਕੋਈ ਸਜ਼ਾ ਦੇਣ ਦੀ ਲੋੜ ਨਹੀਂ, ਕਿਉਂਕਿ ਇਹ ਲੋਕ ਜੋ ਹਨ ਉਹ ਲੋਭ ਦੇ ਨਾਲ ਹੀ ਮਰੇ ਪਏ ਹਨ। ਪੂਜਾ ਦਾ ਤਾਨ ਖਾਣ ਦਾ ਇਹਨਾਂ ਨੂੰ ਲਾਲਚ ਪੈ ਗਿਆ ਹੈ। ਜਿਹੜਾ ਪੂਜਾ ਦਾ ਤਾਨ ਇਹ ਖਾ ਰਹੇ ਹਨ, ਉਸ ਤਾਨ ਨੇ ਹੀ ਇਹਨਾਂ ਨੂੰ ਸਜ਼ਾ ਦੇਣੀ ਹੈ। ਉਹ ਜਿਹੜਾ ਪੂਜਾ ਦਾ ਤਾਨ ਹੈ ਉਹ ਹੀ ਇਹਨਾਂ ਨੂੰ ਮਾਰੇਗਾ, ਇਹਨਾਂ ਦਾ ਲੋਭ ਹੀ ਇਹਨਾਂ ਨੂੰ ਮਾਰੇਗਾ। ਅਸੀਂ ਇਹਨਾਂ ਨੂੰ ਸਜ਼ਾ ਕੀ ਦੇਣੀ, ਅਸੀਂ ਇਹਨਾਂ ਨੂੰ ਸਜ਼ਾ ਨਹੀਂ ਦੇਣੀ ਹੈ। ਸੋ ਨਾ ਇਹਨਾਂ ਦੇ ਕੋਲ ਕੋਈ ਭਗਤੀ ਆਏਗੀ, ਨਾ ਇਹਨਾਂ ਦੇ ਕੋਲ ਕੋਈ ਸ਼ਕਤੀ ਆਏਗੀ, ਇਹਨਾਂ ਨੂੰ ਇੱਥੇ ਹੀ ਰਹਿਣ ਦਿਓ, ਅਸੀਂ ਇੱਥੋਂ ਚੱਲਦੇ ਹਾਂ। ਸੋ ਸ਼ਾਮ ਦੇ ਟਾਈਮ ਉਹ ਉੱਥੋਂ ਚੱਲੇ, ਪੈਦਲ ਚੱਲੇ ਅਤੇ ਚਲਦੇ ਚਲਦੇ ਪਹੁੰਚੇ ਪਿੰਡ ਵੱਲੇ। ਇੱਕ ਉੱਥੇ ਵੱਲਾ ਪਿੰਡ ਹੈ, ਪਤਾ ਹੋਏਗਾ ਭੈਣਾਂ ਨੂੰ, ਉੱਥੇ ਅਸੀਂ ਕਈ ਵਾਰ ਜਾਂਦੇ ਹਾਂ, ਗੁਰਦੁਆਰਾ ਵੀ ਉੱਥੇ ਬੜਾ ਵੱਡਾ। ਸੋ ਵੱਲੇ ਪਿੰਡ ਦੇ ਵਾਲੇ ਪਾਸੇ ਗੁਰੂ ਤੇਗ ਬਹਾਦਰ ਜੀ ਚੱਲ ਪਏ। ਜਦ ਤੱਕ ਵੱਲੇ ਪਹੁੰਚੇ ਤਦ ਤੱਕ ਅੰਮ੍ਰਿਤਸਰ ਦੀਆਂ ਅਤੇ ਆਸ-ਪਾਸ ਦੀਆਂ ਸੰਗਤਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਗੁਰੂ ਤੇਗ ਬਹਾਦਰ ਜੀ ਆਏ ਅਤੇ ਉਹਨਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਹੋਏ। ਉਹ ਬਾਹਰੋਂ ਹੀ ਬੈਠ ਕੇ ਅਤੇ ਵਾਪਸ ਚਲੇ ਗਏ ਨੇ। ਸੋ ਸੰਗਤਾਂ ਨੂੰ ਬੜਾ ਅਫਸੋਸ ਲੱਗਿਆ। ਤਾਂ ਮਾਈਆਂ ਨੇ, ਬੀਬੀਆਂ ਨੇ ਕੀ ਕੀਤਾ, ਲੰਗਰ ਤਿਆਰ ਕੀਤਾ ਅਤੇ ਲੰਗਰ ਤਿਆਰ ਕਰਕੇ ਉੱਥੇ ਪਹੁੰਚ ਗਈਆਂ। ਕਿੱਥੇ? ਵੱਲੇ ਪਿੰਡ ਵਿੱਚ ਪਹੁੰਚ ਗਈਆਂ, ਕਿਉਂਕਿ ਉਹਨਾਂ ਨੂੰ ਬੜਾ ਇਸ ਚੀਜ਼ ਦਾ ਪਛਤਾਵਾ ਸੀ ਕਿ ਮਹਾਰਾਜ ਅੰਮ੍ਰਿਤਸਰ 'ਚ ਆਏ ਅਤੇ ਅਸੀਂ ਉਹਨਾਂ ਦੀ ਕੋਈ ਸੇਵਾ ਵੀ ਨਹੀਂ ਕਰ ਸਕੇ, ਔਰ ਕਿਸ ਤਰੀਕੇ ਨਾਲ ਉਹ ਬਾਹਰ ਹੀ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਅਤੇ ਵਾਪਸ ਚਲੇ ਗਏ ਨੇ। ਸੋ ਮਾਈਆਂ ਨੂੰ ਬਹੁਤ ਦਿਲ ਨੂੰ ਬਹੁਤ ਮਹਿਸੂਸ ਹੋਇਆ ਅਤੇ ਉਹ ਲੰਗਰ ਲੈ ਕੇ ਅੱਗੋਂ ਹੀ ਵੱਲੇ ਪਿੰਡ ਦੇ ਵਾਲੇ ਪਾਸੇ ਅੱਗੋਂ ਹੀ ਪਹਿਲੇ ਹੀ ਪਹੁੰਚ ਗਈਆਂ ਅਤੇ ਅੱਗੇ ਜਾ ਕੇ ਮਾਫੀਆਂ ਮੰਗੀਆਂ ਅਤੇ ਕਿਹਾ ਸਾਡੇ ਕੋਲ ਬੜੀ ਗਲਤੀ ਹੋ ਗਈ ਕਿ ਅਸੀਂ ਕੋਈ ਸੇਵਾ ਨਹੀਂ ਕਰ ਸਕੇ। ਪਰ ਉੱਥੇ ਪਿੱਛੇ ਸਾਰੀ ਸੰਗਤ ਵੀ ਉੱਥੇ ਪਹੁੰਚ ਗਈ। ਹੁਣ ਉੱਥੇ ਦੀਵਾਨ ਲੱਗਣੇ ਸ਼ੁਰੂ ਹੋ ਗਏ। ਉਹ ਵੱਲਾ ਪਿੰਡ ਜਿਹੜਾ ਸੀ ਉੱਥੇ ਰੌਣਕਾਂ ਲੱਗ ਗਈਆਂ। 3 ਦਿਨ ਤੱਕ ਮਹਾਰਾਜ ਉੱਥੇ ਰਹੇ ਅਤੇ ਉਹਨਾਂ ਬੀਬੀਆਂ ਮਾਈਆਂ ਨੇ ਉੱਥੋਂ ਬਹੁਤ ਸੇਵਾ ਕੀਤੀ। ਔਰ ਅੰਮ੍ਰਿਤਸਰ ਵਾਲੇ ਜਿਹੜੇ ਲੋਕ ਸਨ ਉਹ ਬੜੇ ਸ਼ਰਮਿੰਦੇ ਹੋਏ। ਜੋ ਉਹਨਾਂ ਨੂੰ ਪਤਾ ਲੱਗਿਆ ਕਿ ਮਹਾਰਾਜ ਇਸ ਤਰ੍ਹਾਂ ਚਲੇ ਗਏ ਨੇ, ਉਹਨਾਂ ਨੂੰ ਬਹੁਤ ਹੀ ਬੜੇ ਸ਼ਰਮਸਾਰ ਹੋਏ। ਪਿੱਛੇ ਗਏ, ਮਾਫੀਆਂ ਮੰਗੀਆਂ, ਵਾਪਸ ਬੁਲਾਇਆ, ਪਰ ਮਹਾਰਾਜ ਵਾਪਸ ਖੈਰ ਨਹੀਂ ਆਏ। ਲੇਕਿਨ ਮਾਈਆਂ ਜਿਹੜੀਆਂ ਸੀ ਉਹਨਾਂ ਨੇ ਸੇਵਾ ਕੀਤੀਆਂ ਅਤੇ ਉਹਨਾਂ ਨੂੰ ਵਰਦਾਨ ਮਿਲਿਆ। ਧੰਨ ਗੁਰੂ ਤੇਗ ਬਹਾਦਰ ਜੀ ਦਾ ਹੀ ਵਰਦਾਨ ਹੈ, ਜਿਸ ਵਰਦਾਨ ਦਾ ਸਦਕਾ ਅੱਜ ਅਸੀਂ ਪਾਠ ਕਰ ਰਹੇ ਹਾਂ, ਕੀਰਤਨ ਕਰ ਰਹੇ ਹਾਂ। ਮਹਾਰਾਜ ਨੇ ਕੀ ਵਰਦਾਨ ਦਿੱਤਾ ਸੀ? ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਗੁਰੂ ਮਹਾਰਾਜ ਨੇ ਇਹ ਵਰ ਦਿੱਤਾ ਸੀ ਕਿ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਸੋ ਉਸ ਵਰ ਦੇ ਕਰਕੇ ਹੀ ਅਸੀਂ ਲੋਕ ਇਸ ਕਾਬਲ ਹੋਏ ਹਾਂ ਕਿ ਅਸੀਂ ਪਾਠ ਕਰ ਸਕੀਏ, ਅਸੀਂ ਕੀਰਤਨ ਕਰ ਸਕੀਏ। ਸੋ ਇਹ ਵਰ ਮਾਈਆਂ ਨੇ ਉੱਥੋਂ ਲਿਆ। ਅਤੇ ਦੂਸਰੀ ਗੱਲ, ਉਸ ਪਿੰਡ ਵਾਲਿਆਂ ਨੇ ਕਿਉਂਕਿ ਸੇਵਾ ਕੀਤੀ ਸੀ ਅਤੇ ਮਹਾਰਾਜ ਨੇ ਉਸ ਪਿੰਡ ਨੂੰ ਜਾਣ ਲੱਗਿਆ ਕੀ ਵਰ ਦਿੱਤਾ? ਵੱਲਾ ਗੁਰੂ ਕਾ ਗੱਲਾ, ਕਿ ਇਹ ਪਿੰਡ ਜਿਹੜਾ ਵੱਲਾ ਹੈ, ਇੱਥੇ ਗੁਰੂ ਕਾ ਗੱਲਾ ਦਾ ਮਤਲਬ ਅਨਾਜ ਦਾ ਭੰਡਾਰ। ਇੱਥੇ ਅਨਾਜ ਦਾ ਹਮੇਸ਼ਾ ਭੰਡਾਰ ਰਹੇਗਾ। ਇਸ ਪਿੰਡ ਨੂੰ ਦੇ ਵਿੱਚ ਹਮੇਸ਼ਾ ਅਨਾਜ ਦੀ ਕਦੀ ਕਮੀ ਨਹੀਂ ਆਏਗੀ। ਔਰ ਵਾਕਈ ਅੱਜ ਤੱਕ
ਉਸ ਪਿੰਡ ਵਿੱਚ ਕਦੀ ਅਨਾਜ ਦੀ ਕਮੀ ਨਹੀਂ ਆਈ। ਉਸ ਪਿੰਡ ਦੀਆਂ ਫਸਲਾਂ ਕਦੀ ਵੀ ਸੁੱਕੀਆਂ ਨਹੀਂ। ਉਸ ਪਿੰਡ ਦੀਆਂ ਫਸਲਾਂ ਕਦੀ ਬਰਬਾਦ ਨਹੀਂ ਹੋਈਆਂ, ਚਾਹੇ ਸੋਕਾ ਪੈ ਜਾਏ, ਚਾਹੇ ਹੜ੍ਹ ਆ ਜਾਏ, ਚਾਹੇ ਫਸਲਾਂ ਖਰਾਬ ਹੋ ਜਾਣ, ਲੇਕਿਨ ਵੱਲਾ ਪਿੰਡ ਦੀ ਫਸਲ ਨੂੰ ਕਦੀ ਕੋਈ ਨੁਕਸਾਨ ਨਹੀਂ ਪਹੁੰਚਿਆ। ਔਰ ਉਸ ਪਿੰਡ 'ਚ ਅੱਜ ਤੱਕ ਅਨਾਜ ਦੀ ਕਦੀ ਕਮੀ ਨਹੀਂ ਆਈ। ਮਹਾਰਾਜ ਦਾ ਜੋ ਵਰਦਾਨ ਹੈ ਉਹ ਫਲੀਭੂਤ ਹੋਇਆ। ਹੁਣ ਗੁਰੂ ਮਹਾਰਾਜ ਦੇ ਪ੍ਰਗਟ ਹੋਣ ਦੀ ਖਬਰ ਅਤੇ ਗੁਰੂ ਮਹਾਰਾਜ ਦੀ ਯਾਤਰਾਵਾਂ ਦੀ ਖਬਰ ਦੂਰ ਦੂਰ ਤੱਕ ਪਹੁੰਚ ਗਈ ਸੀ। ਜਿੱਥੇ ਮਹਾਰਾਜ ਜਾਂਦੇ ਜਾਂ ਜਿੱਥੋਂ ਅੱਗੇ ਚੱਲਦੇ ਤੇ ਉਹਨਾਂ ਦੇ ਪਹੁੰਚਣ ਤੋਂ ਪਹਿਲੇ ਹੀ ਖਬਰ ਪਹੁੰਚ ਜਾਂਦੀ ਕਿ ਗੁਰੂ ਤੇਗ ਬਹਾਦਰ ਜੀ ਇਸ ਪਾਸੇ ਵੱਲ ਆ ਰਹੇ ਨੇ। ਹੁਣ ਇੱਥੇ ਜਦੋਂ ਅੱਗੇ ਚੱਲੇ ਤੇ ਉਹਨਾਂ ਦੇ ਚੱਲਣ ਦੀ ਖਬਰ ਜਿਹੜੀ ਸੀ ਉਹ ਪਹੁੰਚੀ ਕਹਿਲੂਰ ਰਿਆਸਤ ਵਿੱਚ। ਇੱਕ ਰਿਆਸਤ ਸੀ ਜਿਸ ਦਾ ਨਾਮ ਸੀ ਕਹਿਲੂਰ, ਅਤੇ ਕਹਿਲੂਰ ਦੀ ਰਿਆਸਤ ਦਾ ਜੋ ਰਾਜਾ ਸੀ ਉਸਦਾ ਨਾਮ ਸੀ ਤਾਰਾ ਚੰਦ। ਉਸਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 52 ਰਾਜਿਆਂ ਦੇ ਨਾਲ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਕਰਾਇਆ ਸੀ। ਸੋ ਉਦੋਂ ਤੋਂ ਕਹਿਲੂਰ ਦੇ ਰਾਜੇ ਦਾ ਖਾਨਦਾਨ ਅਤੇ ਕਹਿਲੂਰ ਦੀ ਸਾਰੀ ਸੰਗਤ ਵੀ ਗੁਰੂ ਘਰ ਦੀ ਪ੍ਰੇਮੀ ਬਣ ਚੁੱਕੀ ਸੀ, ਗੁਰੂ ਘਰ ਨਾਲ ਜੁੜ ਚੁੱਕੀ ਸੀ। ਸੋ ਉੱਥੇ ਜਦੋਂ ਖਬਰ ਪਹੁੰਚੀ ਅਤੇ ਉਹਨਾਂ ਨੂੰ ਲੱਗਿਆ ਕਿ ਹੁਣ ਸ਼ਾਇਦ ਮਹਾਰਾਜ ਸਾਡੀ ਰਿਆਸਤ 'ਚ ਆਉਣਗੇ। ਸੋ ਉਸ ਜਗ੍ਹਾ ਦੇ ਉੱਤੇ ਉਹਨਾਂ ਦਿਨਾਂ ਵਿੱਚ ਬਾਈ ਚਾਂਸ ਜਿਹੜਾ ਉਸ ਵਕਤ ਦਾ ਰਾਜਾ ਸੀ ਉਸਦਾ ਨਾਮ ਸੀ ਦੀਪ ਚੰਦ। ਉਸ ਦੀਪ ਚੰਦ ਦੀ ਮੌਤ ਹੋ ਗਈ। ਉਸ ਦੀ ਮੌਤ ਜਦੋਂ ਹੋ ਗਈ ਅਤੇ ਉਸ ਦੀ ਰਾਣੀ ਬਹੁਤ ਸ਼ਰਧਾਵਾਨ ਸੀ, ਗੁਰੂ ਘਰ 'ਤੇ ਬਹੁਤ ਸ਼ਰਧਾ ਰੱਖਦੀ ਸੀ, ਅਤੇ ਉਸਨੇ ਇਹ ਇੱਛਾ ਪ੍ਰਗਟ ਕੀਤੀ ਕਿ ਮੈਂ ਆਪਣੇ ਪਤੀ ਦੀ ਜੋ ਕਿਰਿਆ ਦੀ ਰਸਮ ਹੈ ਉਹ ਮੈਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੋਲੋਂ ਕਰਾਵਾਂਗੀ। ਸੋ ਸੰਦੇਸ਼ਾ ਭੇਜਿਆ ਗਿਆ ਕਿ ਮਹਾਰਾਜ ਰਾਣੀ ਨੇ ਯਾਦ ਕੀਤਾ, ਤੁਸੀਂ ਕਹਿਲੂਰ ਦੀ ਰਿਆਸਤ ਵਿੱਚ ਆਓ ਅਤੇ ਉਸਦੇ ਪਤੀ ਦੀ ਜੋ ਕਿਰਿਆਕਰਮ ਦੀ ਰਸਮ ਹੈ ਉਹ ਰਾਣੀ ਦੀ ਇੱਛਾ ਹੈ ਕਿ ਉਹ ਤੁਹਾਡੇ ਕੋਲ ਕਰਾਈ ਜਾਏ। ਸੋ ਤੁਸੀਂ ਉੱਥੇ ਜ਼ਰੂਰ ਦਰਸ਼ਨ ਦਿਓ। ਸੋ ਉਹਦਾ ਪ੍ਰੇਮ ਦੇਖ ਕੇ, ਉਸਦੀ ਸ਼ਰਧਾ ਵੇਖ ਕੇ ਮਹਾਰਾਜ ਨੇ ਫੈਸਲਾ ਕਰ ਲਿਆ ਕਿ ਹੁਣ ਅਸੀਂ ਚੱਲਾਂਗੇ ਉੱਧਰ। ਕਹਿਲੂਰ ਨਾਮ ਦੀ ਰਿਆਸਤ ਸੀ, ਉਸ ਪਾਸੇ ਵੱਲ ਅਸੀਂ ਚੱਲਾਂਗੇ। ਸੋ ਉੱਥੇ ਚਲੇ ਗਏ ਅਤੇ ਉਹਨਾਂ ਨੇ ਕੀ ਦੇਖਿਆ ਕਿ ਰਾਜੇ ਦਾ ਸਾਰਾ ਖਾਨਦਾਨ ਬਹੁਤ ਸ਼ਰਧਾਵਾਨ ਸੀ। ਇੱਥੋਂ ਤੱਕ ਕਿ ਉੱਥੋਂ ਦੀ ਸੰਗਤ, ਉੱਥੋਂ ਦੇ ਰਹਿਣ ਵਾਲੇ ਲੋਕ ਵੀ ਬਹੁਤ ਹੀ ਗੁਰੂ ਘਰ 'ਤੇ ਸ਼ਰਧਾ ਰੱਖਦੇ ਸਨ। ਔਰ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਸੀ ਕਿ ਸਾਡੇ ਰਾਜੇ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਕਰਾਇਆ। ਸੋ ਉਸ ਅਹਿਸਾਨ ਨੂੰ ਅਜੇ ਉਹ ਭੁੱਲੇ ਨਹੀਂ ਸਨ। ਔਰ ਰਾਣੀ ਤਾਂ ਬਹੁਤ ਹੀ ਜ਼ਿਆਦਾ ਸ਼ਰਧਾਵਾਨ ਸੀ। ਸੋ ਉਸਦਾ ਮਨ ਜੋ ਸੀ ਜਿਸ ਤਰ੍ਹਾਂ ਉਹਦੀ ਇੱਛਾ ਸੀ ਉਸ ਤਰੀਕੇ ਨਾਲ ਹੀ ਉਸਦੇ ਪਤੀ ਦਾ ਕਿਰਿਆਕਰਮ ਕੀਤਾ ਗਿਆ। ਔਰ ਉਸਦੇ ਮਨ ਨੂੰ ਬੜੀ ਤਸੱਲੀ ਹੋਈ ਕਿ ਮੈਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਹੱਥੋਂ ਆਪਣੇ ਪਤੀ ਦੀ ਮੁਕਤੀ ਕਰਾ ਦਿੱਤੀ। ਸੋ ਮਹਾਰਾਜ ਕੁਛ ਦਿਨ ਵਾਸਤੇ ਉੱਥੇ ਰਹੇ। ਰਸਮ ਤਾਂ ਖਤਮ ਹੋ ਗਈ। ਉਸ ਤੋਂ ਬਾਅਦ ਸਤਸੰਗ ਤੇ ਹਮੇਸ਼ਾ ਨਾਲ ਹੀ ਚੱਲਦਾ ਰਿਹਾ, ਕਿਉਂਕਿ ਸੰਗਤ ਨਾਲ ਚੱਲ ਰਹੀ ਸੀ। ਸਵੇਰੇ ਸ਼ਾਮ ਸਤਸੰਗ ਹਰ ਜਗ੍ਹਾ 'ਤੇ ਚੱਲਦਾ ਸੀ। ਸੋ ਬਾਹਰ ਜਦੋਂ ਨਿਕਲਦੇ ਸਨ ਅਤੇ ਆਸ-ਪਾਸ ਦਾ ਮਾਹੌਲ ਦੇਖ ਕੇ ਗੁਰੂ ਮਹਾਰਾਜ ਨੂੰ ਉਹ ਥਾਂ ਬਹੁਤ ਪਸੰਦ ਆਈ। ਉਸ ਦੀ ਲੋਕੇਸ਼ਨ ਵੀ ਬੜੀ ਪਸੰਦ ਆਈ। ਪਹਾੜੀ ਇਲਾਕਾ ਸੀ, ਇੱਕ ਪਾਸੇ ਸਰਸਾ ਨਦੀ ਵਗਦੀ ਸੀ, ਦੂਜੇ ਪਾਸੇ ਸਤਲੁਜ ਦਰਿਆ ਵਗਦਾ ਸੀ। ਮੌਸਮ ਬੜਾ ਅੱਛਾ ਸੀ ਔਰ ਜ਼ਿਆਦਾ ਉੱਥੇ ਵਸੋਂ ਵੀ ਨਹੀਂ ਸੀ। ਸੋ ਉੱਥੇ ਰਹਿੰਦੇ ਹੋਏ ਗੁਰੂ ਮਹਾਰਾਜ ਦੇ ਮਨ ਦੇ ਵਿੱਚ ਇੱਕ ਇੱਛਾ ਪ੍ਰਗਟ ਹੋਈ ਕਿ ਕਿਉਂ ਨਾ ਇੱਥੇ ਕੁਝ ਜ਼ਮੀਨ ਲੈ ਕੇ ਅਤੇ ਸਿੱਖੀ ਦਾ ਕੇਂਦਰ ਇੱਥੇ ਬਣਾਇਆ ਜਾਏ। ਸੋ ਉਹਨਾਂ ਨੇ ਅਜੇ ਮਨ ਦੀ ਗੱਲ ਆਪਣੇ ਨਿਕਟਵਰਤੀ ਸਿੱਖਾਂ ਨਾਲ, ਮਾਤਾ ਜੀ ਨਾਲ, ਸਭ ਨਾਲ ਕੀਤੀ ਕਿ ਇਹ ਜਗ੍ਹਾ ਜੋ ਹੈ ਇਸ ਦਾ ਬਹੁਤ ਅੱਛਾ, ਇਸ ਦਾ ਮਾਹੌਲ, ਇਸ ਦੀ ਲੋਕੇਸ਼ਨ, ਇਸ ਦਾ ਮੌਸਮ, ਇਸ ਦੀ ਸਾਰਾ ਕੁਛ, ਇਸ ਜਗ੍ਹਾ ਜਿਹੜੀ ਹੈ ਬਹੁਤ ਮੈਨੂੰ ਪਸੰਦ ਆਈ ਹੈ। ਔਰ ਇੱਥੇ ਜ਼ਿਆਦਾ ਲੋਕਾਂ ਦੀ ਆਬਾਦੀ ਵੀ ਨਹੀਂ ਹੈ, ਇੱਥੇ ਜ਼ਮੀਨ ਖਰੀਦੀ ਜਾ ਸਕਦੀ ਹੈ। ਸੋ ਮਹਾਰਾਜ ਨੇ ਆਪਣੀ ਇੱਛਾ ਪ੍ਰਗਟ ਕੀਤੀ ਅਤੇ ਰਾਣੀ ਨੇ ਬੜੇ ਖੁਸ਼ ਹੋ ਕੇ ਇਹ ਕਿਹਾ ਕਿ ਤੁਸੀਂ ਜਿਹੜਾ ਵੀ ਪਿੰਡ ਇੱਥੇ ਤੁਸੀਂ ਕਹੋਗੇ ਮੇਰੀ ਰਿਆਸਤ ਵਿੱਚ, ਉਹ ਪਿੰਡ ਮੈਂ ਤੁਹਾਡੇ ਨਾਮ 'ਤੇ ਕਰਵਾ ਦਿਆਂਗੀ। ਉਹ ਦੇਣ ਨੂੰ ਤਿਆਰ ਹੋ ਗਈ। ਰਾਣੀ ਨੇ ਕਿਹਾ ਕਿ ਮੈਂ ਪੇਟਾ ਕਰ ਦਿਆਂਗੀ, ਤੁਹਾਨੂੰ ਸਾਡੇ ਰਿਆਸਤ ਦੀ ਜ਼ਮੀਨ ਪਸੰਦ ਆਈ ਹੈ, ਸੋ ਮੈਂ ਜਿਹੜਾ ਪਿੰਡ ਤੁਸੀਂ ਕਹੋਗੇ ਉਹ ਪਿੰਡ ਮੈਂ ਤੁਹਾਨੂੰ ਪੇਟਾ ਕਰ ਦਿਆਂਗੀ। ਪਰ ਮਹਾਰਾਜ ਨੇ ਕਿਹਾ ਨਹੀਂ, ਇਸ ਤਰੀਕੇ ਨਾਲ ਮੈਂ ਪੇਟਾ ਦੇ ਵਿੱਚ ਇਹ ਜ਼ਮੀਨ ਨਹੀਂ ਲੈਣੀ। ਜੇ ਮੈਂ ਲੈਣਾ ਤਾਂ ਮੈਂ ਇਸ ਦੀ ਕੀਮਤ ਪੂਰੀ ਦੇਣੀ ਹੈ। ਸੋ ਉਹਨਾਂ ਨੇ ਉਸ ਵਕਤ ਦੇ ਹਿਸਾਬ ਨਾਲ ਜੋ ਵੀ ਕੀਮਤ ਬਣਦੀ ਸੀ ਉਹ ਕੀਮਤ ਦੇ ਕੇ ਇੱਕ ਪਿੰਡ ਉੱਥੋਂ ਆਪਣੇ ਨਾਮ 'ਤੇ ਕਰਵਾ ਲਿਆ। ਪੈਸੇ ਕੀਮਤ ਦਿੱਤੀ, ਇੱਕ ਪਿੰਡ ਆਪਣੇ ਨਾਂ 'ਤੇ ਕਰਵਾ ਲਿਆ। ਉਸ ਇਲਾਕੇ ਵਿੱਚ ਕਹਿਲੂਰ ਰਿਆਸਤ ਦੇ ਵਿੱਚ ਇੱਕ ਪਿੰਡ ਜਿਹੜਾ ਸੀ ਉਹ ਉਹਨਾਂ ਨੇ ਆਪਣੇ ਨਾਮ 'ਤੇ ਕਰਵਾ ਲਿਆ। ਕਰਵਾਉਣ ਤੋਂ ਬਾਅਦ ਕੁਛ ਚਿਰ ਬਾਅਦ ਫਿਰ ਉਹਨਾਂ ਨੇ ਸੋਚਿਆ ਕਿ ਇਸ ਜਗ੍ਹਾ 'ਤੇ ਹੁਣ ਕੁਛ ਕੰਸਟਰਕਸ਼ਨ ਕੁਛ ਕਰਨੀ ਚਾਹੀਦੀ ਹੈ, ਕੁਛ ਬਣਾਉਣਾ ਚਾਹੀਦਾ ਹੈ। ਸੋ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਬਾਬੇ ਬੁੱਢਾ ਜੀ ਦੇ ਪੋਤਰੇ, ਜਿਹਦਾ ਨਾਮ ਸੀ ਬਾਬਾ ਗੁਰਦਿੱਤਾ, ਉਹਨਾਂ ਦਾ ਨਾਮ ਹੀ ਗੁਰਦਿੱਤਾ ਸੀ, ਬਾਬਾ ਬੁੱਢਾ ਜੀ ਦੇ ਪੋਤਰਾ, ਉਹਨਾਂ ਨੂੰ ਬੁਲਾਇਆ। ਉਹਨਾਂ ਨੂੰ ਬੁਲਾ ਕੇ ਅਤੇ ਉਹਨਾਂ ਦੇ ਹੱਥੋਂ ਨੀਂਹ ਪੱਥਰ ਰਖਵਾਇਆ। ਉਸ ਪਿੰਡ ਦਾ ਨਾਮ ਰੱਖਿਆ ਚੱਕ ਨਾਨਕੀ। ਨਾਨਕੀ ਕਿਸ ਦਾ ਨਾਮ ਸੀ? ਉਹਨਾਂ ਦੀ ਮਾਤਾ ਜੀ ਦਾ ਨਾਮ।
ਆਪਣੇ ਮਾਤਾ ਜੀ ਦੇ ਨਾਮ ਤੇ ਉਸ ਪਿੰਡ ਦਾ ਨਾਮ ਕੀ ਰੱਖ ਦਿੱਤਾ? ਉਸ ਪਿੰਡ ਦਾ ਨਾਮ ਰੱਖ ਦਿੱਤਾ ਚੱਕ ਨਾਨਕੀ। ਚੱਕ ਨਾਨਕੀ ਦਾ ਪੱਥਰ ਰੱਖਿਆ ਕਿਸ ਨੇ? ਬਾਬਾ ਬੁੱਢਾ ਜੀ ਦੇ ਪੋਤਰੇ ਨੇ। ਉੱਥੇ ਚੱਕ ਨਾਨਕੀ ਦੇ ਨਾਮ ਦਾ ਪਿੰਡ ਜਿਹੜਾ ਸੀ ਉਹ ਵਸਣਾ ਸ਼ੁਰੂ ਹੋ ਗਿਆ। ਹੁਣ ਗੁਰੂ ਤੇਗ ਬਹਾਦਰ ਜੀ ਮਹਾਰਾਜ ਉੱਥੇ ਕਾਫੀ ਸਮਾਂ ਰਹੇ ਅਤੇ ਉਸ ਜਗ੍ਹਾ ਦੀ ਪਲੈਨਿੰਗ ਕਰਦੇ ਰਹੇ ਕਿ ਉਸ ਜਗ੍ਹਾ ਦੇ ਉੱਤੇ ਅਸੀਂ ਕੀ ਬਣਾਵਾਂਗੇ, ਕਿਉਂਕਿ ਉਹਨਾਂ ਨੂੰ ਤੇ ਅਗਮ ਨਿਗਮ ਦੀ ਖਬਰ ਸੀ। ਉਹਨਾਂ ਨੂੰ ਸਭ ਪਤਾ ਸੀ ਕਿ ਅੱਗੇ ਹਾਲਾਤ ਕੀ ਹੋਣ ਵਾਲੇ ਨੇ, ਅੱਗੇ ਹੋ ਸਕਦਾ ਸਾਨੂੰ ਜੰਗ ਕਰਨੇ ਪੈਣ, ਯੁੱਧਾਂ ਕਰਨੀਆਂ ਪੈਣ, ਲੜਾਈਆਂ ਕਰਨੀਆਂ ਪੈਣ। ਉਸ ਦੇ ਵਾਸਤੇ ਇਹ ਜਗ੍ਹਾ ਸਾਡੇ ਵਾਸਤੇ ਜਿਹੜੀ ਹੈ ਉਹ ਬਹੁਤ ਅੱਛੀ ਰਹੇਗੀ, ਕਿਉਂਕਿ ਚਾਰੋਂ ਪਾਸੇ ਪਹਾੜੀਆਂ ਹੋਣ ਕਰਕੇ ਇੱਕ ਤਰ੍ਹਾਂ ਨਾਲ ਇਹ ਸਾਡੇ ਕਿਲ੍ਹੇ ਦਾ ਕੰਮ ਕਰੇਗੀ। ਇਹ ਜਗ੍ਹਾ ਕਿਲ੍ਹੇ ਦਾ ਕੰਮ ਕਰੇਗੀ। ਬਾਹਰੋਂ ਆਉਣ ਵਾਲੇ ਜਿਹੜੇ ਹਮਲਾਵਰ ਹੋਣਗੇ ਉਹ ਛੇਤੀ ਸਾਡੇ ਤੱਕ ਪਹੁੰਚ ਨਹੀਂ ਪਾਣਗੇ। ਸੋ ਸਿਆਣਪ ਦੇਖੋ ਕਿਤਨੀ ਸਿਆਣਪ ਸੀ ਕਿ ਬੜੇ ਦੂਰ ਦੀ ਸੋਚ ਕੇ ਉਸ ਹਿਸਾਬ ਨਾਲ ਉਸ ਪਿੰਡ ਦੀ ਜਿਸ ਦਾ ਨਾਮ ਸੀ ਚੱਕ ਨਾਨਕੀ, ਉਸ ਦੀ ਪਲੈਨਿੰਗ ਕਰਨੀ ਗੁਰੂ ਮਹਾਰਾਜ ਨੇ ਸ਼ੁਰੂ ਕਰ ਦਿੱਤੀ। ਔਰ ਉਸ ਦੀ ਪਲੈਨਿੰਗ ਦਾ ਨਕਸ਼ਾ ਜਿਹੜਾ ਸੀ ਉਹ ਮਹਾਰਾਜ ਨੇ ਆਪ ਖੁਦ ਬਣਾਇਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਖੁਦ ਉਸ ਦਾ ਨਕਸ਼ਾ ਬਣਾਇਆ। 4 ਚੌਕ ਬਣਾਏ, ਫਿਰ ਗਲੀਆਂ ਬਣਾਈਆਂ, ਬਾਜ਼ਾਰ ਬਣਾਏ, ਪੱਕੀਆਂ ਗਲੀਆਂ, ਪੱਕੇ ਬਾਜ਼ਾਰ, ਪੱਕੇ ਮਕਾਨ। ਉਹ ਉੱਥੇ ਕੰਸਟਰਕਸ਼ਨ ਜਿਹੜੀ ਹੌਲੀ ਹੌਲੀ ਹੋਣੀ ਸ਼ੁਰੂ ਹੋ ਗਈ। ਬੜਾ ਸੋਹਣਾ, ਬਹੁਤ ਖੂਬਸੂਰਤ ਉਸ ਜਗ੍ਹਾ ਨੂੰ ਉਹਦਾ ਨਕਸ਼ਾ ਹੀ ਬਦਲ ਗਿਆ। ਉਸ ਜਗ੍ਹਾ ਦਾ ਬਿਲਕੁਲ ਰੰਗ ਰੂਪ ਹੀ ਬਦਲ ਗਿਆ। ਔਰ ਉੱਥੇ ਕੰਸਟਰਕਸ਼ਨ ਚੱਲ ਰਹੀ ਸੀ। ਸੰਗਤਾਂ ਉੱਥੇ ਆਉਂਦੀਆਂ ਸੀ, ਮਹਾਰਾਜ ਦੇ ਦਰਸ਼ਨ ਵੀ ਕਰਦੀਆਂ ਸੀ। ਸਵੇਰੇ ਸ਼ਾਮ ਸਤਸੰਗ ਵੀ ਹੁੰਦਾ ਸੀ, ਨਾਲ ਸੇਵਾ ਵੀ ਹੁੰਦੀ ਸੀ। ਔਰ ਹੌਲੀ ਹੌਲੀ ਕੀ ਸੀ, ਉੱਥੇ ਬਿਲਡਿੰਗਾਂ ਜਿਹੜੀਆਂ ਸੀ ਉਹ ਬਣਨੀਆਂ ਸ਼ੁਰੂ ਹੋ ਗਈਆਂ। ਔਰ ਕੁਝ ਚਿਰ ਦੇ ਬਾਅਦ ਉਸ ਜਗ੍ਹਾ ਦੀ ਸ਼ਕਲ, ਉਸ ਦਾ ਜਗ੍ਹਾ ਜਿਹੜੀ ਹੈ ਉਹ ਪਛਾਣਨ ਵਾਲੀ ਵੀ ਨਹੀਂ ਸੀ। ਇਤਨੀ ਅੱਛੀ ਜਗ੍ਹਾ ਉਹ ਬਣ ਗਈ ਸੀ। ਉਹ ਜਗ੍ਹਾ ਜਿਹੜਾ ਪਿੰਡ ਖਰੀਦਿਆ ਸੀ ਗੁਰੂ ਤੇਗ ਬਹਾਦਰ ਜੀ ਨੇ ਰਾਜਾ ਕਹਿਲੂਰ ਦੀ ਰਿਆਸਤ ਵਾਲੇ ਰਾਜਾ ਕੋਲੋਂ, ਬਲਕਿ ਰਾਜਾ ਦੀ ਡੈਥ ਹੋ ਚੁੱਕੀ ਸੀ, ਰਾਣੀ ਮਾਲਕ ਸੀ। ਖੈਰ, ਇੱਥੇ ਮੈਂ 1 ਮਿੰਟ ਵਾਸਤੇ ਰੁਕ ਕੇ ਅਤੇ ਅੱਜ ਦਾ ਸਵਾਲ ਪੁੱਛਣਾ ਚਾਹਾਂਗੀ ਕਿ ਉਹ ਕਹਿਲੂਰ ਰਿਆਸਤ ਦੇ ਰਾਜਾ, ਜਿਸ ਦਾ ਅਸਲੀ ਰਾਜਾ ਕੌਣ ਸੀ? ਤਾਰਾ ਚੰਦ, ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲ੍ਹੇ ਤੋਂ ਛੁਡਵਾਇਆ ਸੀ, ਕੈਦ ਵਿੱਚੋਂ ਰਿਹਾ ਕਰਵਾਇਆ ਸੀ 52 ਰਾਜਿਆਂ ਦੇ ਨਾਲ। ਅਤੇ ਉਸ ਸਮੇਂ ਦਾ, ਜਦੋਂ ਗੁਰੂ ਤੇਗ ਬਹਾਦਰ ਜੀ ਉੱਥੇ ਪਹੁੰਚੇ, ਉਸ ਸਮੇਂ ਦਾ ਰਾਜਾ ਜਿਹੜਾ ਸੀ ਉਸ ਦਾ ਨਾਮ ਸੀ ਦੀਪ ਚੰਦ। ਸੋ ਉਸ ਦੀਪ ਚੰਦ ਦੀ ਰਾਣੀ ਦੇ ਕੋਲੋਂ ਗੁਰੂ ਮਹਾਰਾਜ ਨੇ ਉਹ ਪਿੰਡ ਜਿਹੜਾ ਪੈਸੇ ਦੇ ਕੇ ਖਰੀਦਿਆ ਸੀ, ਉਸ ਪਿੰਡ ਦਾ ਕੀ ਨਾਮ ਸੀ? ਉਸ ਪਿੰਡ ਦਾ ਕੀ ਨਾਮ ਸੀ? ਸੋ ਅੱਜ ਦਾ ਸਵਾਲ ਮੈਂ ਇਹ ਪੁੱਛਣਾ ਚਾਹ ਰਹੀ ਹਾਂ ਕਿ ਉਹ ਜ਼ਮੀਨ ਜਿਹੜੀ ਪੈਸੇ ਦੇ ਕੇ ਮਹਾਰਾਜ ਨੇ ਕਹਿਲੂਰ ਦੇ ਰਾਣੀ ਕੋਲੋਂ ਖਰੀਦੀ ਸੀ, ਉਸ ਪਿੰਡ ਦਾ ਕੀ ਨਾਮ ਸੀ? ਜਿਸ ਦਾ ਨਾਮ ਬਾਅਦ ਵਿੱਚ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਕੋਲੋਂ, ਬਾਬਾ ਗੁਰਦਿੱਤਾ ਕਿਹੜੇ ਬਾਬਾ ਗੁਰਦਿੱਤਾ ਜੀ? ਬਾਬਾ ਬੁੱਢਾ ਜੀ ਦੇ ਪੋਤਰੇ ਕੋਲੋਂ ਨੀ ਰਖਵਾ ਕੇ ਉਸ ਦਾ ਨਾਮ ਰਖਵਾਇਆ ਚੱਕ ਨਾਨਕੀ। ਸੋ ਚੱਕ ਨਾਨਕੀ ਤਾਂ ਮਹਾਰਾਜ ਨੇ ਨਾਮ ਰੱਖਿਆ ਸੀ, ਲੇਕਿਨ ਪਹਿਲੇ ਸ਼ੁਰੂ ਵਿੱਚ ਜਦੋਂ ਜ਼ਮੀਨ ਖਰੀਦੀ ਗਈ ਸੀ ਤਾਂ ਵੀ ਤਾਂ ਉਸ ਦਾ ਕੋਈ ਨਾਮ ਹੋਏਗਾ। ਸੋ ਤੁਸੀਂ ਅੱਜ ਇਸ ਸਵਾਲ ਦਾ ਜਵਾਬ ਦੇਣਾ ਹੈ ਕਿ ਜਿਹੜਾ ਪਿੰਡ ਮਹਾਰਾਜ ਨੇ ਪੈਸੇ ਦੇ ਕੇ ਖਰੀਦਿਆ ਸੀ, ਉਸ ਪਿੰਡ ਦਾ ਕੀ ਨਾਮ ਸੀ? ਅਤੇ ਫਿਰ ਸਮਾਂ ਪਾ ਕੇ ਉਸ ਜਗ੍ਹਾ ਦਾ ਨਾਮ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨੇ ਤੋਂ ਵਾਪਸ ਆਏ, ਪੰਜਾਬ ਆਏ ਔਰ ਇਸ ਜਗ੍ਹਾ 'ਤੇ ਪਹੁੰਚੇ, ਅਤੇ ਉਸ ਵਕਤ ਇਸ ਜਗ੍ਹਾ ਦਾ ਨਾਮ ਬਦਲ ਕੇ ਰੱਖਾ ਗਿਆ ਅਨੰਦਪੁਰ ਸਾਹਿਬ। ਗੁਰੂ ਗੋਬਿੰਦ ਸਿੰਘ ਜੀ ਦੇ ਆਉਣ ਤੋਂ ਬਾਅਦ ਇਸ ਜਗ੍ਹਾ ਦਾ ਨਾਮ ਬਦਲ ਕੇ, ਮਹਾਰਾਜ ਨੂੰ ਵੀ ਇਹ ਜਗ੍ਹਾ ਬਹੁਤ ਪਸੰਦ ਆਈ, ਗੁਰੂ ਗੋਬਿੰਦ ਸਿੰਘ ਜੀ ਨੂੰ ਵੀ। ਉਹਨਾਂ ਨੇ ਕਿਹਾ ਅਨੰਦਪੁਰੀ ਹੈ, ਇੱਥੇ ਤਾਂ ਨਿਰਾ ਆਨੰਦ ਹੀ ਆਨੰਦ ਹੈ। ਸੋ ਉਹਨਾਂ ਦੇ ਕਹਿਣ 'ਤੇ ਇਸ ਜਗ੍ਹਾ ਦਾ ਨਾਮ ਰੱਖਿਆ ਗਿਆ ਅਨੰਦਪੁਰ ਸਾਹਿਬ। ਸੋ ਉਸ ਅਨੰਦਪੁਰ ਸਾਹਿਬ ਵਾਲੀ ਜਗ੍ਹਾ ਦੇ ਬਾਰੇ ਅੱਜ ਅਸੀਂ ਗੱਲ ਕਰ ਰਹੇ ਸੀ। ਸੋ ਹੌਲੀ ਹੌਲੀ ਕੀ ਹੋਇਆ ਕਿ ਉਹ ਸ਼ਹਿਰ ਦੇ ਉੱਥੇ ਵਸਣਾ ਸ਼ੁਰੂ ਹੋ ਗਿਆ। ਲੇਕਿਨ ਗੁਰੂ ਮਹਾਰਾਜ ਉੱਥੇ ਟਿਕੇ ਨਹੀਂ। ਗੁਰੂ ਤੇਗ ਬਹਾਦਰ ਜੀ ਨੇ ਮਨ ਵਿੱਚ, ਆਪਣੇ ਮਨ ਦੇ ਵਿੱਚ ਜੋ ਪਲਾਨ ਬਣਾ ਰੱਖਿਆ ਸੀ ਗੁਰਮਤਿ ਪ੍ਰਚਾਰ ਦਾ, ਉਸ ਹਿਸਾਬ ਨਾਲ ਉਹ ਪ੍ਰਚਾਰ ਕਰਨ ਵਾਸਤੇ ਅੱਗੇ ਚੱਲਦੇ ਹੀ ਰਹੇ। ਔਰ ਇੱਕ ਗੱਲ ਮੈਂ ਇੱਥੇ ਤੁਹਾਨੂੰ ਦੱਸ ਦਿਆਂ ਕਿ ਗੁਰੂ ਸਾਹਿਬਾਨ ਦੇ, ਜਿਤਨੇ ਗੁਰੂ ਸਾਹਿਬਾਨ ਦਾ ਇਤਿਹਾਸ ਅਸੀਂ ਪੜ੍ਹਦੇ ਹਾਂ, ਸਾਰਿਆਂ ਵਿੱਚੋਂ ਸਭ ਤੋਂ ਵੱਧ ਯਾਤਰਾ, ਪੈਦਲ ਯਾਤਰਾ, ਸਭ ਤੋਂ ਵੱਧ ਪ੍ਰਚਾਰਕ ਯਾਤਰਾ ਜਿਹੜੀ ਕੀਤੀ ਹੈ, ਜਾਂ ਗੁਰੂ ਨਾਨਕ ਦੇਵ ਜੀ ਨੇ ਕੀਤੀ ਅਤੇ ਜਾਂ ਗੁਰੂ ਤੇਗ ਬਹਾਦਰ ਜੀ ਨੇ ਕੀਤੀ। ਗੁਰੂ ਤੇਗ ਬਹਾਦਰ ਜੀ ਤਕਰੀਬਨ ਉਹਨਾਂ ਸਾਰੀਆਂ ਜਗ੍ਹਾ 'ਤੇ ਗਏ ਨੇ, ਬਹੁਤ ਸਾਰੀਆਂ ਤਾਂ ਨਹੀਂ ਕਹਿ ਸਕਦੇ, ਬਹੁਤ ਸਾਰੀਆਂ ਜਗ੍ਹਾ 'ਤੇ ਗਏ ਨੇ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਸਨ। ਮਤਲਬ ਯਾਤਰਾ ਜਿਹੜੀ ਕੀਤੀ ਹੈ ਉਹ ਗੁਰੂ ਤੇਗ ਬਹਾਦਰ ਜੀ ਨੇ ਵੀ ਬਹੁਤ ਜ਼ਿਆਦਾ ਕੀਤੀ ਹੈ। ਸੋ ਉੱਥੋਂ ਅਨੰਦਪੁਰ ਸਾਹਿਬ, ਉਸ ਵਕਤ ਉਹਦਾ ਨਾਮ ਚੱਕ ਨਾਨਕੀ ਸੀ। ਚੱਕ ਨਾਨਕੀ ਤੋਂ ਜਦੋਂ ਚੱਲੇ ਨੇ ਅਤੇ ਆਪਣੇ ਮਨ ਵਿੱਚ ਇੱਕ ਨਕਸ਼ਾ ਬਣਾ ਕੇ ਚੱਲੇ ਸਨ ਕਿ ਮੈਂ ਕਿੱਥੇ ਕਿੱਥੇ ਜਾਣਾ ਔਰ ਮੈਂ ਕਿੱਥੇ ਕਿੱਥੇ ਜਗ੍ਹਾ ਦੀ ਜਾ ਕੇ ਯਾਤਰਾ ਕਰਨੀ ਹੈ, ਕਿੱਥੇ ਜਾ ਕੇ ਸੰਗਤ ਨੂੰ ਮਿਲਣਾ ਹੈ, ਕਿੱਥੇ ਜਾ ਕੇ ਸੰਗਤ ਨੂੰ ਜੋੜਨਾ ਹੈ। ਕਿ ਕੁਝ ਪਹਿਲੇ ਤੋਂ ਸੰਗਤ ਜਿਹੜੀ ਉਹ ਖਿੰਡ ਪੁੰਡ ਚੁੱਕੀ ਸੀ। ਸੋ ਗੁਰੂ ਮਹਾਰਾਜ ਪੰਥ ਨੂੰ ਫਿਰ ਤੋਂ ਮੁੜ ਕੇ ਜੋੜਨਾ ਚਾਹੁੰਦੇ ਸਨ। ਸੋ ਇੱਥੋਂ ਚੱਕ ਨਾਨਕੀ ਤੋਂ ਚੱਲ ਕੇ ਅਤੇ ਫਿਰ ਗੁਰੂ ਮਹਾਰਾਜ ਅੱਗੇ ਕਿੱਥੇ ਗਏ, ਇਸ ਦੀ ਵਿਚਾਰ ਅਸੀਂ ਫਿਰ ਅਗਲੇ ਹਫ਼ਤੇ ਕਰਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ ਜੀ। ਭੁੱਲਾਂ ਗਲਤੀਆਂ ਦੀ ਖਿਮਾ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।